बहुत बहुत धन्यवाद डॉक्टर अमनदीप कौर जी। इस ਵੈਬੀਨਾਰ ਦੇ ਵਿੱਚ ਸ਼ਾਮਲ ਹੋਏ ਦੇਸ਼ ਤੇ ਵਿਦੇਸ਼ ਤੋਂ ਬਹੁਤ ਹੀ ਸਤਿਕਾਰ ਵਿਦਵਾਨ ਜਿਨ੍ਹਾਂ ਦੇ ਵਿੱਚ ਡਾਕਟਰ ਦਲਬੀਰ ਪੰਨੂ ਜੀ, ਗੁਰਦਾਸ ਧਾਲੀਵਾਲ ਜੀ, ਰਾਕੇਸ਼ ਬਾਵਾ ਜੀ, ਇਹ ਸਾਰੇ ਵਿਦਵਾਨਾਂ ਨੂੰ ਮੈਂ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ। ਦੋਸਤੋ, ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦਾ ਇਹ 400 ਸਾਲਾ ਪ੍ਰਕਾਸ਼ ਉਤਸਵ ਅਸੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮਨਾ ਰਹੇ ਹਾਂ। ਅਸੀਂ ਆਪਣੇ ਪੁਰਖਿਆਂ ਦੇ ਉਤਸਵ ਕਿਉਂ ਮਨਾਉਂਦੇ ਹਾਂ? ਸਾਡੇ ਲਈ ਵਿਚਾਰਨਯੋਗ ਮਸਲਾ ਇਹ ਹੈ। ਇੱਕ ਤਾਂ ਇਹ ਹੁੰਦਾ ਹੈ ਕਿ ਹਰ ਇੱਕ ਜਿਹੜੀ ਕੌਮ ਹੈ, ਹਰ ਇੱਕ ਜਿਹੜਾ ਸਮਾਜ ਹੈ, ਉਹ ਆਪਣੇ ਪੁਰਖਿਆਂ ਦੀ ਸਿਮਰਤੀ ਨੂੰ ਆਪਣੇ ਮਨ ਵਿੱਚ ਰੱਖਦਾ ਹੈ, ਉਸ ਨੂੰ ਸਿਮਰਦਾ ਵੀ ਹੈ ਤੇ ਸਿਰਜਦਾ ਵੀ ਰਹਿੰਦਾ ਹੈ। ਲੇਕਿਨ ਇਸ ਦਾ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਮਨੋਰਥ ਜਿਹੜਾ ਹੈ, ਉਹ ਸਿਰਫ ਆਪਣੇ ਪੁਰਖਿਆਂ ਦੀ ਸਿਮਰਤੀ ਨੂੰ ਅੱਗੇ ਤੋਰਨਾ ਨਹੀਂ, ਇਹ ਉਹਨਾਂ ਪੁਰਖਿਆਂ ਦੇ ਗਿਆਨ ਦੇ ਨਾਲ ਆਪਣੀ ਜ਼ਿੰਦਗੀ ਦਾ ਰਿਸ਼ਤਾ ਜੋੜ ਕੇ ਕੁਛ ਐਸੀ ਚੀਜ਼ ਗ੍ਰਹਿਣ ਕਰਨਾ ਹੈ, ਜੀਵਨ ਜਾਚ ਸਿੱਖਣਾ ਹੈ, ਜਿਹੜੀ ਸਾਨੂੰ ਆਪਣੇ ਰੋਜ਼ਮर्रा ਦੇ ਜੀਵਨ ਵਿੱਚ ਪ੍ਰਕਾਸ਼ ਦਿੰਦੀ ਹੈ, ਅਗਵਾਈ ਦਿੰਦੀ ਹੈ। ਮੈਂ ਇਹ ਸਮਝਦਾ ਜਿਵੇਂ ਦੇਖੋ ਪ੍ਰਿੰਸੀਪਲ ਸਾਹਿਬ ਨੇ ਤੇ ਡਾਕਟਰ ਅਮਨਦੀਪ ਕੌਰ ਜੀ ਨੇ ਬਹੁਤ ਹੀ ਵਿਦਵਤਾ ਭਰਪੂਰ ਸਾਨੂੰ ਵਿਚਾਰ ਦਿੱਤੇ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ, ਉਹਨਾਂ ਦੇ ਜੀਵਨ ਬਾਰੇ ਔਰ ਉਹਨਾਂ ਦੀਆਂ ਸਿੱਖਿਆਵਾਂ ਬਾਰੇ। ਮੈਂ ਇਹ ਸਮਝਦਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਉਹਨਾਂ ਦੀ ਬਾਣੀ ਤੇ ਉਹਨਾਂ ਦੀ ਸ਼ਹਾਦਤ ਤਿੰਨੇ ਹੀ ਅਦੁੱਤੀ ਹਨ। ਅਦੁੱਤੀ ਕੀ ਹੁੰਦਾ ਹੈ? ਅਦੁੱਤੀਪਨ ਦਾ ਹੁੰਦਾ ਹੈ ਜਿਹਦੀ ਕੋਈ ਮਿਸਾਲ ਨਹੀਂ, ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। थोड़ा आवाज ठीक करना अमनदीप जी, थोड़ा आवाज सारे ही कैंडिडेट बानवी ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੇ ਮਾਈਕ੍ਰੋਫੋਨ ਬੰਦ ਕਰ ਲਓ ਜੀ। ਹਾਂਜੀ, ਸਾਰੇ ਡੈਲੀਗੇਟ ਸਾਹਿਬਾਨ ਆਪਣੇ ਕੈਮਰੇ ਅਤੇ ਮਾਈਕ੍ਰੋਫੋਨ ਬੰਦ ਕਰ ਲਓ ਜੀ। परिवर्तन एंड अवेयरनेस 2 ਦੀ ਆਈਡੀ ਤੋਂ ਜਿਹੜੇ ਸੱਜਣ ਸਾਡੇ ਨਾਲ ਜੁੜੇ ਹੋਏ ਹਨ, ਕਿਰਪਾ ਕਰਕੇ ਆਪਣਾ ਮਾਈਕ੍ਰੋਫੋਨ ਬੰਦ ਕਰ ਲਓ ਜੀ। ਹਾਂਜੀ ਸਰ। ਹਾਂਜੀ, ਬਹੁਤ ਧੰਨਵਾਦ। ਇਸ ਰੁਕਾਵਟ ਦੇ ਲਈ ਮੈਂ ਖਿਮਾ ਮੰਗਦਾ ਹਾਂ। ਅੱਜ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਪੁਰਖੇ ਨੇ, ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਦੇ ਵਿੱਚ ਅਗਵਾਈ ਲੈਂਦੇ ਹਾਂ, ਉਹਨਾਂ ਦੀ ਇੱਕ ਗੱਲ ਜਿਹੜੀ ਸਾਨੂੰ ਲੱਗਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਵਿਸ਼ੇਸ਼ ਤੌਰ ਤੇ, ਕਿ ਉਹਦੇ 'ਚ ਅਦੁੱਤੀਪਨ ਹੈ। ਅਦੁੱਤੀਪਨ ਦੇਖੋ, ਉਹਨਾਂ ਨੇ ਦੋ ਚੀਜ਼ਾਂ ਦੇ ਅੰਦਰ ਬਹੁਤ ਹੀ ਵਿਸ਼ੇਸ਼ ਗੱਲ ਕੀਤੀ ਹੈ। ਇੱਕ ਤਾਂ ਉਹਨਾਂ ਦੀ ਜਿਹੜੀ ਸ਼ਹਾਦਤ ਹੈ, ਇਹ ਆਮ ਕਿਸਮ ਦਾ ਬਲੀਦਾਨ ਨਹੀਂ, ਇਹ ਆਮ ਕਿਸਮ ਦੀ ਸੈਕਰੀਫਾਈਸ ਨਹੀਂ, ਇਸ ਸੈਕਰੀਫਾਈਸ ਦੀ ਇੱਕ ਵਿਲੱਖਣਤਾ ਹੈ। ਔਰ ਇਸ ਵਿਲੱਖਣਤਾ ਦੇ ਬਾਰੇ ਮੈਂ ਹੋਰ ਕਿਸੇ ਦੀ ਗੱਲ ਨਹੀਂ ਪੇਸ਼ ਕਰ ਰਿਹਾ। ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਥੋੜੀ ਜਿਹੀਆਂ ਪੰਕਤੀਆਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਬਾਰੇ ਜਿਹੜੀਆਂ ਲਿਖੀਆਂ ਨੇ, ਉਹ ਬਹੁਤ ਹੀ ਮਹੱਤਵਪੂਰਨ ਨੇ ਤੇ ਉਹਨਾਂ ਵਿੱਚ ਇਸ ਸ਼ਹਾਦਤ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਜਾਣਦੇ ਵੀ ਹਾਂ ਤੇ ਜਿਹੜੀਆਂ ਨਹੀਂ ਵੀ ਜਾਣਦੇ, ਉਹ ਨੇ। ਮੈਂ ਕੁਝ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਤੁਸੀਂ ਸਾਰੇ ਵਾਕਿਫ ਵੀ ਹੋ, ਲੇਕਿਨ ਕਈ ਵਾਰ ਹੁੰਦਾ ਕਿ ਗੱਲ ਪੜ੍ਹੀ ਹੋਈ ਚੀਜ਼ ਨੂੰ ਫਿਰ ਦੁਬਾਰਾ ਪੜ੍ਹਨ ਦਾ ਕੁਝ ਹੋਰ ਮਕਸਦ ਹੁੰਦਾ ਹੈ। ਉਹ ਕਹਿੰਦੇ ਨੇ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਸਾਕਾ ਹੁੰਦਾ ਇੱਕ ਕਾਰਨਾਮਾ, ਇੱਕ ਐਸਾ ਕਾਰਨਾਮਾ ਜਿਹੜਾ ਅਦੁੱਤੀ ਹੁੰਦਾ ਹੈ। ਤੇ ਗੁਰੂ ਤੇਗ ਬਹਾਦਰ ਜੀ ਬਾਰੇ ਉਹਨਾਂ ਦਾ ਇੱਕ ਇਹ ਹੈ ਕਿ ਤਿਲਕ ਤੇ ਜੰਜੂ ਦੀ ਰਾਖੀ ਲਈ ਉਹਨਾਂ ਨੇ ਇੱਕ ਕਲਯੁਗ ਦੇ ਵਿੱਚ ਇੱਕ ਮਹਾਨ ਕਾਰਨਾਮਾ ਕੀਤਾ।
दूसरी गल, तीन गल्लां ने मैं तुहाडा ध्यान दिवाउणा चाहुंदा कि गुरु जी किस तरह ਉਹ ਇਸ ਸ਼ਹਾਦਤ ਨੂੰ ਕੰਸੈਪਚੁਅਲਾਈਜ਼ ਕਰਦੇ ਨੇ। ਉਹ ਦੂਸਰੀ ਗੱਲ ਉਹ ਕਹਿੰਦੇ ਨੇ ਕਿ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਇੱਥੇ ਹੁਣ ਸਾਧਾਂ ਦੇ ਹੇਤ ਵਿੱਚ ਸਾਧ ਕੌਣ ਹੈ? ਸਾਧ ਜਿਹੜੇ ਪਹੁੰਚੇ ਹੋਏ ਬੰਦੇ ਨੇ, ਜਿਹੜੇ ਇੱਕ ਜੀਵਨ ਦਰਸ਼ਨ ਦੀ ਰਾਹ ਤੇ ਤੁਰੇ ਹੋਏ ਬੰਦੇ ਨੇ, ਉਹ ਸਾਧ ਕਹਿੰਦੇ ਹਨ। ਤੇ ਉਹਨਾਂ ਦੇ ਹੇਤ ਵਿੱਚ ਇਹ ਬਲੀਦਾਨ ਦਿੱਤਾ ਤੇ ਸੀ ਨਹੀਂ ਕੀਤੀ ਉਹਨਾਂ ਨੇ। ਤੀਸਰੀ ਗੱਲ ਬਹੁਤ ਹੀ ਮਹੱਤਵਪੂਰਨ, ਉਹ ਕਹਿੰਦੇ ਨੇ ਕਿ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰੜ ਨਾ ਦਿਆ। ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਲੀਦਾਨ ਹੈ, ਸੁਪਰੀਮ ਸੈਕਰੀਫਾਈਸ ਹੈ, ਉਹ ਤਿਲਕ ਤੇ ਜੰਜੂ ਦੀ ਰਾਖੀ ਲਈ ਹੈ। ਲੇਕਿਨ ਇੱਕ ਹੈਗਾ ਧਰਮ ਹੇਤ ਸਾਕਾ। ਧਰਮ ਸਾਡੀ ਸਭਿਅਤਾ ਦੇ ਵਿੱਚ ਜਿਹੜਾ ਇਹ ਕੋਈ ਮਜ਼ਹਬ, ਇਹ ਕੋਈ ਰਿਲੀਜਨ ਨਹੀਂ, ਇਹ ਇੱਕ ਯੂਨੀਵਰਸਲ ਮੋਰਲ ਆਰਡਰ ਹੈ। ਇਹ ਨੈਤਿਕ ਕਦਰਾਂ ਕੀਮਤਾਂ ਦਾ ਉਹ ਵਿਧਾਨ ਹੈ ਜਿਹੜਾ ਮਨੁੱਖੀ ਸਮਾਜ ਦਾ ਆਧਾਰ ਬਣਦਾ ਹੈ, ਜਿਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਸੂਤਰ ਵਿੱਚ ਕਿਹਾ ਸੀ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਕਿ ਧਰਮ ਤਾਂ ਭਾਈ ਉਹ ਬਲਦ ਹੈ ਜਿਹਦੇ ਸਿੰਘਾਂ ਤੇ ਸਾਰੀ ਦੁਨੀਆ ਟਿਕੀ ਹੋਈ ਹੈ। ਤੇ ਮੈਨੂੰ ਯਾਦ ਆ ਰਿਹਾ ਕਿ ਸਾਡੇ ਰਿਸ਼ੀ ਕਹਿੰਦੇ ਨੇ ਕਿ ਧਾਰੀ ਇਤੀ ਧਰਮ। ਧਰਮ ਤਾਂ ਉਹ ਹੈ ਜਿਹੜਾ ਧਾਰਨ ਕਰਦਾ ਹੈ, ਤੇ ਇਹ ਦਇਆ ਦਾ ਪੁੱਤਰ ਹੈ, ਤੇ ਸੰਤੋਖ ਨੇ ਇਸ ਨੂੰ ਥਾਪਿਆ ਹੋਇਆ। ਤੇ ਇਹ ਜਿਹੜਾ ਧਰਮ ਦਾ ਸੰਕਲਪ ਹੈ, ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਪਿਤਾ ਦੀ ਸ਼ਹਾਦਤ ਬਾਰੇ ਇਹ ਕਹਿੰਦੇ ਨੇ, ਇਹ ਉਸ ਨੂੰ ਯੂਨੀਵਰਸਲਾਈਜ਼ ਕਰ ਜਾਂਦੇ ਨੇ। ਹੁਣ ਅਮਨਦੀਪ ਕੌਰ ਹੋਰਾਂ ਨੇ ਔਰ ਪ੍ਰਿੰਸੀਪਲ ਸਾਹਿਬ ਨੇ ਇਹ ਗੱਲ ਸਾਨੂੰ ਦੱਸੀ ਸ਼ੁਰੂ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਿਹੜੀ ਹੈ, ਇੱਕ ਤਾਂ ਤਿਲਕ ਤੇ ਜੰਜੂ ਦੀ ਰਾਖੀ ਲਈ ਹੈ। ਇਹ ਜਿਹੜਾ ਉਸ ਦਾ ਇਤਿਹਾਸਕ ਪੱਖ ਹੈ, ਇੱਕ ਸਮਕਾਲ ਦਾ ਸੰਦਰਭ ਉਹਦੇ ਨਾਲ ਜੁੜਿਆ ਹੋਇਆ ਹੈ। ਉਸ ਤੋਂ ਕੋਈ ਵੀ ਅਸੀਂ ਮੁਨਕਰ ਨਹੀਂ ਹੋ ਸਕਦੀ। ਲੇਕਿਨ ਉਸ ਸਮਕਾਲ ਦੀ ਘਟਨਾ ਦੇ ਨਾਲ ਸਰਬਕਾਲੀ ਸੱਚ ਵੀ ਜੁੜਿਆ ਹੋਇਆ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਵੀ ਸਮਝਦੇ ਨੇ। ਉਹ ਹੈ ਧਰਮ ਦੀ ਰਾਖੀ ਕਰਨਾ। ਇੱਕ ਆਸਥਾ ਦੀ, ਜੇ ਹਰ ਬੰਦੇ ਦੀ ਆਸਥਾ ਸੁਤੰਤਰ ਚੀਜ਼ ਹੈ, ਜਿਹਨੂੰ ਅੱਜ ਦੇ ਮੁਹਾਵਰੇ 'ਚ ਅਸੀਂ ਕਹਿੰਦੇ ਕਿ ਹਿਊਮਨ ਰਾਈਟਸ ਦੀ ਰਾਖੀ ਲਈ ਇਹ ਸ਼ਹਾਦਤ ਕੀਤੀ ਗਈ ਹੈ। ਇਹ ਉਸ ਦਾ ਯੂਨੀਵਰਸਲ ਮੀਨਿੰਗ ਹੈ। ਮੈਂ ਇਹ ਸਮਝਦਾ ਕਿ ਜਿਹੜਾ ਅਰਥ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ, ਇਹ ਦੋਵੇਂ ਸੱਚ ਨੇ। ਇਹ ਸਮਕਾਲ ਸੱਚ ਵੀ ਹੈ, ਉਹ ਸਮਕਾਲ ਦੇ ਸੱਚ ਦੇ ਲਈ ਜ਼ਿੰਮੇਵਾਰ ਧਿਰ ਜਿਹੜੀ ਹੈ ਉਹ ਇੰਟੋਲਰੈਂਟ ਇੱਕ ਧੜ ਹਕੂਮਤ ਹੈ, ਇੱਕ ਜ਼ਾਲਮ ਹਕੂਮਤ ਹੈ ਜਿਹੜੀ ਇੰਟੋਲਰੈਂਟ ਹੈ, ਜਿਹੜੀ ਦੂਸਰੇ ਦੀ ਆਸਥਾ ਦਾ ਹਨਨ ਕਰਨ ਦੇ ਉੱਪਰ ਉਤਾਰੂ ਹੈ, ਜਿਹੜੇ ਤਿਲਕ ਤੇ ਜੰਜੂ ਲਾ ਕੇ ਢੇਰ ਲਾ ਕੇ ਉਹਨਾਂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੀ ਹੈ। ਮਾਨਵ ਜੀਵਨ ਦੀ ਸਭ ਤੋਂ ਵੱਡੀ ਜਿਹੜੀ ਉਹਦੀ ਵਿਸ਼ੇਸ਼ਤਾ ਤਾਂ ਉਹਦੀ ਸੁਤੰਤਰਤਾ ਹੈ। ਲੇਕਿਨ 1000 ਸਾਲ ਤੋਂ ਜਦੋਂ ਬਾਬਰ ਦਾ ਹਮਲਾ ਹੋਇਆ, ਗੁਰੂ ਨਾਨਕ ਦੇਵ ਜੀ ਤੇ ਬਾਬਰਕਿਆਂ ਦੇ ਵਿਚਕਾਰ ਇੱਕ ਪੈਰਲਲ ਜਿਹੜੀ ਇੱਕ ਸਟਰਗਲ ਚੱਲਦੀ ਰਹੀ ਹੈ। ਇਹਦੇ ਬਾਰੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੂਤਰ ਦੇ ਵਿੱਚ ਗੱਲ ਕਹੀ ਹੈ ਕਿ ਬਾਬੇ ਕੇ ਬਾਬਰ ਕੇ ਦੋ ਜੋ ਕਰੇ ਪਰਮੇਸ਼ਰ ਸੋ। ਔਰ ਅਸੀਂ ਜਾਣਦੇ ਹਾਂ ਕਿ ਬਾਬਰ ਧਾੜਵੀ ਦੇ ਤੌਰ ਤੇ ਹਿੰਦੁਸਤਾਨ 'ਚ ਆਇਆ ਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿੱਚ ਉਦੋਂ ਹਾਜ਼ਰ ਸਨ ਜਦੋਂ ਉਹ ਹਮਲਾ ਹੋਇਆ। ਤੇ ਉਸ ਹਮਲੇ ਦੇ ਪ੍ਰਤੀਕਰਮ ਦੇ ਵਿੱਚ ਉਹਨਾਂ ਨੇ ਇੱਕ ਬਾਣੀ ਵੀ ਲਿਖੀ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਔਰ ਦੂਸਰੀ ਗੱਲ ਹੈ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਇਹ ਇਤਿਹਾਸਕ ਸੰਦਰਭ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਉਹਨਾਂ ਦੀ ਜਿਹੜੀ ਆਸਥਾ, ਉਹਨਾਂ ਦੀ ਕਮਿਟਮੈਂਟ ਆਪਣੇ ਦੇਸ਼ ਦੀ ਧਰਤੀ ਦੇ ਨਾਲ ਵੀ ਹੈ, ਲੇਕਿਨ ਸਿਰਫ ਇਸ ਦੇਸ਼ ਦੇ ਨਾਲ ਨਹੀਂ, ਉਹ ਵਿਸ਼ਵ ਦੇ ਨਾਲ ਵੀ ਹੈ, ਉਹ ਮਾਨਵਤਾ ਦੇ ਨਾਲ ਵੀ ਹੈ। ਇਸ ਤਰ੍ਹਾਂ ਮੈਂ ਸਮਝਦਾ ਕਿ ਜਿਹੜਾ ਸਿੱਖ ਚਿੰਤਨ ਹੈ, ਜਿਹੜਾ ਸਿੱਖ ਧਰਮ ਹੈ, ਇਹ ਦੁਨੀਆ ਦਾ ਸਭ ਤੋਂ ਮਾਡਰਨ, ਸਭ ਤੋਂ ਆਧੁਨਿਕ ਧਰਮ ਹੈ। ਔਰ ਇਸ ਤੋਂ ਪਹਿਲਾਂ ਜਿੰਨੇ ਵੀ ਧਰਮ ਹੋਏ ਨੇ, ਉਹਨਾਂ ਦੀ ਸਮਝ
ਔਰ ਉਹਨਾਂ ਦੇ ਵਿਚਾਰਾਂ ਦੇ ਨਾਲ ਸੰਵਾਦ ਰਚਾ ਕੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਬਹੁਤ ਹੀ ਐਨਲਾਈਟਨਡ ਵਿਜ਼ਨ ਦਿੱਤਾ ਜ਼ਿੰਦਗੀ ਬਾਰੇ। ਤੇ ਮੈਂ ਇਹ ਸਮਝਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਵਿਲੱਖਣਤਾ ਉਹ ਇਸ ਗੱਲ ਦੇ ਵਿੱਚ ਹੈ ਕਿ ਉਹਨਾਂ ਦੀ ਸ਼ਹਾਦਤ ਇਹ ਜਿੱਥੇ ਇੱਕ ਧਰਮ ਪਰਿਵਰਤਕ ਦੇ ਰੂਪ ਵਿੱਚ ਹੈ, ਧਰਮ ਪਰਿਵਰਤਕ ਹੁੰਦਾ ਧਰਮ ਨੂੰ ਫੈਲਾਉਣਾ, ਉਸ ਮੋਰਲ ਆਰਡਰ ਨੂੰ, ਉਹਨਾਂ ਨੈਤਿਕ ਕਦਰਾਂ ਕੀਮਤਾਂ ਨੂੰ ਜਿਹੜੀਆਂ ਮਨੁੱਖ ਨੂੰ ਅਧਿਆਤਮਕ ਤੇ ਨੈਤਿਕ ਅਗਵਾਈ ਦੇਣ ਵਾਲੀਆਂ ਨੇ, ਉਹਨਾਂ ਦਾ ਪ੍ਰਸਾਰ ਕਰਨਾ। ਇਹ ਇਸ ਗੱਲ ਨੂੰ ਸਾਡੀ ਸਭਿਅਤਾ ਦੇ ਵਿੱਚ ਅਸੀਂ ਕਹਿੰਦੇ ਕਿ ਇਹ ਸਾਡੇ ਧਰਮ ਪਰਿਵਰਤਕ ਨੇ। ਪਰ ਗੁਰੂ ਤੇਗ ਬਹਾਦਰ ਜੀ ਸਿਰਫ ਧਰਮ ਪਰਿਵਰਤਕ ਨਹੀਂ, ਉਹ ਤਾਂ ਧਰਮ ਦੇ ਰਕਸ਼ਕ ਵੀ ਨੇ। ਜਿਵੇਂ ਸਾਡੇ ਪਰੰਪਰਾ ਵਿੱਚ ਆਉਂਦਾ ਹੈ ਕਿ ਅਦੁੱਤੀਪਨ ਜਿਹੜਾ ਨਾ ਉਹ ਤਾਂ ਸਾਰਿਆਂ ਦੇ ਵਿੱਚ ਹੈ ਸਾਡੇ 'ਚ। ਮੇਰੇ ਪ੍ਰਭੂ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਅਦੁੱਤੀਪਨ ਜੇ ਦੇਖਿਆ ਜਾਵੇ ਤਾਂ ਸਾਰਿਆਂ ਵਿੱਚ ਹੀ ਹੈ, ਗੁਰੂ ਤੇਗ ਬਹਾਦਰ ਵਿੱਚ ਵੀ ਹੈ। ਲੇਕਿਨ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੋ ਅਦੁੱਤੀਪਨ ਤੇ ਸਰਬ ਸਾਂਝਾਪਨ, ਇਹ ਦੋਵੇਂ ਗੱਲਾਂ ਹਰ ਮਨੁੱਖ ਦੇ ਵਿੱਚ ਵੀ ਨੇ ਔਰ ਮਨੁੱਖ ਦੀਆਂ ਰਚਨਾਵਾਂ ਵਿੱਚ ਵੀ ਨੇ ਔਰ ਗੁਰੂ ਸਾਹਿਬਾਨ ਦੇ ਵਿੱਚ ਵੀ ਨੇ, ਉਹਨਾਂ ਦੀ ਬਾਣੀ ਵਿੱਚ ਵੀ ਨੇ। ਹੁਣ ਤੁਸੀਂ ਦੇਖੋ ਕਿ ਗੁਰੂ ਸਾਹਿਬਾਨ ਦਾ ਉਦੇਸ਼ ਤਾਂ ਇੱਕੋ ਹੀ ਹੈ, ਉਹ ਉਦੇਸ਼ ਹੈ ਮਾਨਵਤਾ ਨੂੰ ਸਹੀ ਰਸਤਾ ਦਿਖਾਉਣਾ। ਔਰ ਤੇ ਉਹਨਾਂ ਨੇ ਇਹ ਰਸਤਾ ਜਿਹੜਾ ਦਿਖਾਇਆ ਹੈ, ਇਹਦੇ ਵਾਸਤੇ ਉਹਨਾਂ ਨੇ ਬਾਣੀ ਨੂੰ ਮਾਧਿਅਮ ਬਣਾਇਆ। ਤੇ ਬਾਣੀ ਦੀ ਇੱਕ ਆਈਡੀਓਲੋਜੀ ਹੈ ਜਿਹੜੀ ਸਰਬ ਸਾਂਝੀ ਹੈ, ਉਹ ਗੁਰੂ ਨਾਨਕ ਦੇਵ ਜੀ ਤੋਂ ਔਰ ਫਿਰ ਗੁਰੂ ਅਰਜਨ ਦੇਵ ਜੀ ਨੇ ਜਦੋਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਆਦਿ ਗ੍ਰੰਥ ਦੇ ਰੂਪ ਵਿੱਚ ਪਹਿਲਾਂ ਉਹਨਾਂ ਨੇ ਕੀਤੀ ਸੀ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਕ ਗੁਰੂ ਦਾ ਰੁਤਬਾ ਪ੍ਰਦਾਨ ਕੀਤਾ, ਗੁਰੂ ਗ੍ਰੰਥ ਸਾਹਿਬ ਕਹਿਤਾ। ਇਹ ਗੁਰੂ ਗ੍ਰੰਥ ਸਾਹਿਬ ਕੀ ਹੈ? ਇਹ ਸਾਡੇ ਦੇਸ਼ ਦੀ ਉਸ ਮੱਧਕਾਲੀਨ ਦੌਰ ਦਾ ਇੱਕ ਗਿਆਨ ਗ੍ਰੰਥ ਹੈ। ਇਹ ਸਾਡੇ ਗ੍ਰੰਥਾਂ ਦੇ ਵਿੱਚ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਇਹ ਪਰਮ ਗਿਆਨ ਦੇ ਪ੍ਰਵਚਨ ਨੇ। ਗਿਆਨ ਸਧਾਰਨ ਗਿਆਨ ਨਹੀਂ ਹੈਗਾ, ਉਪਯੋਗੀ ਗਿਆਨ ਨਹੀਂ ਹੈਗਾ। ਇਹ ਉਹ ਗਿਆਨ ਹੈ ਜਿਹੜਾ ਬੰਦੇ ਨੂੰ ਇੱਕ ਐਸੀ ਐਨਲਾਈਟਨਮੈਂਟ ਦਿੰਦਾ ਕਿ ਜਿਹੜਾ ਉਹਦੀ ਜੀਵਨ ਸ਼ੈਲੀ ਨੂੰ ਤਬਦੀਲ ਕਰਨ ਵਾਲਾ ਗਿਆਨ ਹੈ। ਇਸ ਨੂੰ ਪਰਮ ਗਿਆਨ ਅਸੀਂ ਕਹਿੰਦੇ ਹਾਂ। ਔਰ ਖੂਬਸੂਰਤ ਗੱਲ ਕੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਅਦੁੱਤੀਪਨ ਦੀ ਦੂਸਰੀ ਜਿਹੜੀ ਗੱਲ ਹੈ, ਉਹਨਾਂ ਦੀ ਬਾਣੀ ਵਿੱਚ ਹੈ। ਹੁਣ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਹੜੀ ਵਿਚਾਰਧਾਰਾ ਹੈ, ਉਹ ਤਾਂ ਸਾਰੀ ਗੁਰਬਾਣੀ ਦੀ ਸਾਂਝ ਹੈ, ਉਹਦੇ ਵਿੱਚ ਕੋਈ ਵੱਖਰਾਪਨ ਨਹੀਂ ਹੈ। ਲੇਕਿਨ ਅਦੁੱਤੀਪਨ ਇਹਦੇ ਵਿੱਚ ਵੀ ਸਾਨੂੰ ਨਜ਼ਰ ਆਉਂਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇੱਕ ਸੁਰ ਹੈ ਜਿਹੜਾ ਹੋਰਾਂ ਗੁਰੂ ਸਾਹਿਬਾਨ ਦੀ ਔਰ ਹੋਰਾਂ ਭਗਤਾਂ ਦੀ, ਸੰਤਾਂ ਦੀ ਬਾਣੀ ਨਾਲੋਂ ਥੋੜਾ ਜਿਹਾ ਵੱਖਰਾ ਹੈ। ਉਹ ਹੈ ਵੈਰਾਗ ਦਾ ਸੁਰ। ਯਾਨੀ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਭੋਗ ਪੈਂਦਾ ਹੈ ਤੇ ਉਸ ਦੇ ਜਿਹੜੇ ਸ਼ਬਦ ਨੇ ਪੜ੍ਹਦੇ ਆ, ਇੱਕ ਵੈਰਾਗ ਦਾ ਮਾਹੌਲ ਸਾਡੇ ਮਨਾਂ ਦੇ ਵਿੱਚ ਧਾਰੀ ਹੋ ਜਾਂਦਾ ਹੈ। ਤਾਂ ਇਹ ਮੈਨੂੰ ਲੱਗਦਾ ਕਿ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈ, ਉਸ ਦੀ ਜਿਹੜੀ ਇਹ ਵਿਲੱਖਣਤਾ, ਇਹਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਆਖਰ ਇਹ ਵੈਰਾਗ ਤੋਂ ਉਹਨਾਂ ਦਾ ਭਾਵ ਕੀ ਹੈ। ਹੁਣ ਦੇਖੋ ਉਹਨਾਂ ਦੀ ਗੱਲ ਨੂੰ ਉਹਨਾਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ। ਉਹ ਕਹਿੰਦੇ ਨੇ ਕਿ ਜਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ। ਕਿ ਉਸ ਮਨੁੱਖ ਦੇ ਮੱਥੇ ਤੇ ਭਾਗ ਹੈ, ਉਹ ਭਾਗਾਂ ਵਾਲਾ ਇਨਸਾਨ ਹੈ ਜਿਸਨੇ ਇਸ ਮਾਇਆਵੀ ਸੰਸਾਰ ਦਾ ਜਿਹੜਾ ਜ਼ਹਿਰ ਰੂਪੀ ਜਿਹੜੀਆਂ ਇਹਦੀਆਂ ਵਸਤਾਂ ਨੇ। ਹੁਣ ਦੇਖੋ ਵਿਖਿਆ ਜਿਹੜੀ ਹੈ ਉਹ ਹੈ ਵਿਖ ਤੋਂ ਹੈ, ਵਿਖਿਆ ਮਤਲਬ ਜ਼ਹਿਰ। ਤੇ ਇਹ ਸੰਸਾਰ ਦੇ ਪਦਾਰਥ ਜਿਹੜੇ ਬੰਦੇ ਨੂੰ ਅਮਰ ਹੋਣ ਤੋਂ ਰੋਕਦੇ ਨੇ,
ਅੰਮ੍ਰਿਤ ਤੇ ਵਿਖ ਇਹ ਦੋਨੋਂ ਇੱਕ ਦੂਸਰੇ ਦੇ ਵਿਰੋਧੀ ਨੇ। ਤੋ ਜਿਹੜਾ ਸੰਸਾਰ ਦੀ ਸੰਸਾਰਿਕਤਾ ਤੋਂ ਨਿਰਲੇਪ ਹੋ ਜਾਂਦਾ ਨਾ, ਉਹ ਕਹਿੰਦੇ ਨੇ ਉਹ ਤੇ ਭਾਗਾਂ ਵਾਲਾ ਹੈ। ਤੇ ਇਸੇ ਗੱਲ ਨੂੰ ਦੂਸਰੇ ਮੁਹਾਵਰੇ ਵਿੱਚ ਉਹ ਕਹਿੰਦੇ ਨੇ ਕਿ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਹੁਣ ਤੁਸੀਂ ਦੇਖੋ, ਇਹ ਇੱਕ ਭਾਰਤੀ ਦਰਸ਼ਨ ਦੀ ਸ਼ਬਦਾਵਲੀ ਵਿੱਚ ਗੱਲ ਕਰ ਰਹੇ ਨੇ। ਗੁਰਬਾਣੀ ਦੀ ਦੇਖੋ ਖੂਬਸੂਰਤ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਸੱਚ ਹੈ ਉਹ ਤਾਂ ਫਿਲੋਸੋਫੀਕਲ ਹੈ, ਪਰ ਇਹਦਾ ਜਿਹੜਾ ਰੂਪ ਹੈ, ਇਹਦੀ ਜਿਹੜੀ ਫਾਰਮ ਹੈ, ਉਹ ਦਰਸ਼ਨ ਸ਼ਾਸਤਰ ਵਾਲੀ ਨਹੀਂ। ਤੇ ਇਹ ਗੱਲ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਹੀ ਗੱਲ ਕਰ ਦਿੱਤੀ ਸੀ, ਜਦੋਂ ਕਹਿੰਦੇ ਨੇ ਕਿ ਗਾਵੋ ਗੀਤ ਨਾ ਬਿਰਹੜਾ, ਕਿ ਜੋ ਮੈਂ ਗਾ ਰਿਹਾ ਹਾਂ ਇਹ ਕੋਈ ਗੀਤ ਨਹੀਂ ਹੈ, ਨਾ ਬਿਰਹੜਾ ਹੈ। ਬਿਰਹੜਾ ਲੋਕ ਗੀਤ ਦੀ ਵੰਨਗੀ ਹੈ। ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ, ਕਿ ਇਹ ਤਾਂ ਬ੍ਰਹਮ ਵਿਚਾਰ ਹੈ। ਤੇ ਮੈਨੂੰ ਫੌਰਨ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਗਤ ਕਬੀਰ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ, ਉਹ ਵੀ ਗੱਲ ਇਹੋ ਕਹਿੰਦੇ ਨੇ ਕਿ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇੱਥੋਂ ਸਾਨੂੰ ਇੱਕ ਗੱਲ ਪਤਾ ਲੱਗਦੀ ਹੈ ਕਿ ਗੁਰਬਾਣੀ ਦਾ ਜਿਹੜਾ ਪ੍ਰਵਚਨ ਹੈ, ਜਿਹੜਾ ਇਹਦਾ ਗਿਆਨ ਦਾ ਡਿਸਕੋਰਸ ਹੈ, ਉਹਦੀ ਵਿਲੱਖਣਤਾ ਹੈ ਕਿ ਉਹ ਸਾਨੂੰ ਤਰਕ ਦੀ ਬੋਲੀ ਵਿੱਚ ਗੱਲ ਨਹੀਂ ਕਰਦੀ, ਉਹ ਇੱਕ ਤਰ੍ਹਾਂ ਦੀ ਦਰਸ਼ਨ ਸ਼ਾਸਤਰ ਦੀ ਭਾਸ਼ਾ ਵਿੱਚ ਨਹੀਂ ਗੱਲ ਕਰ ਰਹੀ, ਉਹ ਸ਼ਾਇਰੀ ਤੇ ਸੰਗੀਤ ਦੇ ਮਾਧਿਅਮ ਰਾਹੀਂ ਗੱਲ ਕਰਦੀ ਹੈ। ਤੇ ਕਵਿਤਾ ਦਾ, ਸ਼ਾਇਰੀ ਦਾ ਇੱਕ ਆਪਣਾ ਮੁਹਾਵਰਾ ਹੁੰਦਾ ਹੈ, ਉਹਦੀ ਅਲੰਕਾਰ ਯੋਜਨਾ ਹੁੰਦੀ ਹੈ, ਉਹਦੇ ਪ੍ਰਤੀਕ ਹੁੰਦੇ ਨੇ, ਉਹਦੀਆਂ ਕੁਝ ਸ਼ਬਦਾਂ ਦੀਆਂ ਆਪਣੀਆਂ ਸ਼ੈਲੀਆਂ ਹੁੰਦੀਆਂ ਨੇ। ਤੇ ਇਸ ਜਿਹੜਾ ਗੁਰਬਾਣੀ ਨੂੰ ਸਮਝਣ ਦੇ ਲਈ, ਵਿਚਾਰਨ ਦੇ ਲਈ, ਇਸੇ ਕਰਕੇ ਸਾਨੂੰ ਵਿਆਖਿਆ ਦੀ ਲੋੜ ਪੈਂਦੀ ਹੈ। ਯਾਨੀ ਗੁਰਗਿਆਨ ਨੂੰ ਗ੍ਰਹਿਣ ਕਰਨ ਵਾਸਤੇ ਉਹਨੂੰ ਅਸੀਂ ਲਿਟਰਲ ਮੀਨਿੰਗ 'ਚ ਨਹੀਂ ਲੈ ਸਕਦੇ। ਉਹਨਾਂ ਦੇ ਪਿੱਛੇ ਜਿਹੜਾ ਜੀਵਨ ਦਾ ਦਾਰਸ਼ਨਿਕ ਸੱਚ ਪਿਆ ਹੋਇਆ ਹੈ, ਉਸ ਨੂੰ ਸਾਨੂੰ ਯਤਨ ਦੇ ਨਾਲ, ਸਮਝ ਦੇ ਨਾਲ ਇਹ ਗ੍ਰਹਿਣ ਕਰਨਾ ਪਏਗਾ। ਤੇ ਇਸ ਗੱਲ ਦਾ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਸੰਕੇਤ ਕਰ ਦਿੱਤਾ ਹੈ। ਉਹ ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਨਾ, ਇਹ ਸਿਰਫ ਪੜ੍ਹਨ ਦੀ ਚੀਜ਼ ਨਹੀਂ। ਉਹ ਕਹਿੰਦੇ ਨੇ ਪੜ੍ਹਿਆ ਨਹੀਂ ਭੇਦ ਬੁਝੀਏ ਪਾਵਣਾ। ਤੇ ਮੈਂ ਤਾਂ ਸਮਝਦਾ ਹੈ ਕਿ ਸਿੱਖ ਪੰਥ ਦੀ ਔਰ ਸਿੱਖ ਚਿੰਤਨ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਦਾ ਸਾਰਾ ਗਿਆਨ ਸ਼ਾਇਰੀ ਤੇ ਸੰਗੀਤ ਦੇ ਮਾਧਿਅਮ ਰਾਹੀਂ ਪੇਸ਼ ਹੁੰਦਾ ਹੈ, ਤੇ ਉਹ ਇੱਕ ਮੈਡੀਟੇਟਿਵ ਵਿਜ਼ਨ ਦੇ ਰਾਹੀਂ ਆਉਂਦਾ ਹੈ। ਬਾਣੀਕਾਰ ਜਦੋਂ ਆਪਣੇ ਆਪੇ ਦੇ ਨਾਲ, ਧੁਰ ਆਪੇ ਦੇ ਨਾਲ ਜੁੜ ਜਾਂਦੇ ਨੇ, ਉਦੋਂ ਬਾਣੀ ਸਾਹਮਣੇ ਆਉਂਦੀ ਹੈ। ਇਸੇ ਕਰਕੇ ਬਾਣੀ ਨੂੰ ਕਿਹਾ ਜਾਂਦਾ ਨਾ ਕਿ ਧੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਟਾਈ। ਧੁਰ ਕੀ ਬਾਣੀ ਵੀ ਇੱਕ ਮੈਟਾਫਰ ਹੈ। ਧੁਰ ਕੀ ਬਾਣੀ ਦਾ ਮਤਲਬ ਹੈ ਕਿ ਬੰਦਾ ਜਦੋਂ ਗੁਰੂ ਸਾਹਿਬਾਨ, ਭਗਤ, ਸੰਤ ਇੱਕ ਡੀਪ ਮੈਡੀਟੇਸ਼ਨ ਦੇ ਵਿੱਚ ਉਤਰ ਜਾਂਦੇ ਨੇ, ਤਾਂ ਉਹ ਜੀਵਨ ਦੇ ਉਹਨਾਂ ਰਹੱਸਾਂ ਤੱਕ ਪਹੁੰਚ ਜਾਂਦੇ ਨੇ ਜਿਹੜੇ ਸਧਾਰਨ ਬੰਦੇ ਦੀ ਪਕੜ ਵਿੱਚ ਨਹੀਂ ਆਉਂਦੇ। ਤਾਂ ਮੈਨੂੰ ਲੱਗਦਾ ਕਿ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਜਿਹੜਾ ਬੰਦਾ ਇਸ ਮਾਇਆਵੀ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ, ਉਹ ਤਾਂ ਬ੍ਰਹਮ ਦੇ ਵਿੱਚ ਨਿਵਾਸ ਕਰਦਾ ਹੈ। ਬ੍ਰਹਮ ਸ਼ਬਦ ਜਿਹੜਾ ਹੈ ਉਹ ਕੀ ਹੈ? ਗੁਰਬਾਣੀ ਦੇ ਵਿੱਚ ਬ੍ਰਹਮ ਬਹੁਤ ਵਾਰ ਜ਼ਿਕਰ ਹੁੰਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਬਾਣੀ ਜਿਹੜੀ ਹੈ ਬ੍ਰਹਮ ਵਿਚਾਰ ਹੈ। ਸੁਖਮਨੀ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ। ਬ੍ਰਹਮ ਅਸਲ ਵਿੱਚ ਸਿੱਖ ਚਿੰਤਨ ਦਾ ਹੀ ਨਹੀਂ, ਭਾਰਤੀ ਗਿਆਨ ਪਰੰਪਰਾ ਦਾ ਇੱਕ ਪ੍ਰਾਈਮ ਸਿੰਬਲ ਹੈ। ਤੇ ਇਹਦਾ ਸਿੰਪਲ ਮੀਨਿੰਗ ਕੀ ਹੈ? ਸਿੰਪਲ ਮੀਨਿੰਗ ਤਾਂ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ 'ਚ ਸਮਝਾ ਦਿੱਤਾ ਸੀ। ਉਹ ਸੀ ਕਿ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਬ੍ਰਹਮ ਦੀ ਪਰਿਭਾਸ਼ਾ ਹੈ ਪੰਜਾਬੀ ਵਿੱਚ। ਲੇਕਿਨ ਬ੍ਰਹਮ ਦੀ ਜਿਹੜੀ ਸ਼ਾਸਤਰਾਂ ਦੇ ਵਿੱਚ ਪਰਿਭਾਸ਼ਾ ਉਹ ਵੀ ਬੜੀ ਖੂਬਸੂਰਤ ਹੈ। ਉਹ ਕਹਿੰਦੇ ਨੇ ਕਿ ਬ੍ਰੀਹੀ ਅਤੇ ਇਤੀ ਬ੍ਰਹਮ। ਬ੍ਰਹਮ ਉਹ ਹੈ ਜਿਹੜਾ ਵੱਧ ਕੇ ਫੈਲ ਗਿਆ, ਔਰ ਫਿਰ ਸਤਿਅਮ, ਗਿਆਨਮ, ਅਨੰਤਮ ਬ੍ਰਹਮ। ਕਿ ਬ੍ਰਹਮ ਕੀ ਹੈ? ਇਹ ਉਹ ਅਲਟੀਮੇਟ ਰਿਐਲਿਟੀ ਹੈ ਜਿਹੜੀ ਸਾਡੇ ਬਾਹਰ ਵੀ ਹੈ, ਸਾਡੇ ਅੰਦਰ ਵੀ ਹੈ। ਤੇ ਇਸ
ਅਲਟੀਮੇਟ ਰਿਐਲਿਟੀ ਦੇ ਨਾਲ ਰਿਸ਼ਤਾ ਜੋੜਨ ਦੇ ਲਈ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਉਦਾਸੀਨਤਾ ਦੀ ਗੱਲ ਕਹੀ ਹੈ, ਵੈਰਾਗ ਦੀ ਗੱਲ ਕਹੀ ਹੈ, ਇਸ ਨੂੰ ਥੋੜਾ ਜਿਹਾ ਹੋਰ ਅਸੀਂ ਐਕਸਪਲੋਰ ਕਰਦੇ ਹਾਂ। ਕਿਉਂਕਿ ਵੈਰਾਗ ਤੇ ਸੰਨਿਆਸ ਦਾ ਜਿਹੜਾ ਸਧਾਰਨ ਅਰਥ ਤਾਂ ਇਹ ਹੈ ਕਿ ਬੰਦਾ ਸੰਸਾਰ ਨੂੰ ਤਿਆਗ ਕੇ ਤੇ ਜੰਗਲਾਂ ਵਿੱਚ ਚਲਾ ਜਾਂਦਾ ਹੈ ਪਰਮ ਸੱਚ ਦੀ ਖੋਜ ਵਾਸਤੇ। ਪਰ ਗੁਰੂ ਜੀ ਇਸ ਤੋਂ ਸਾਨੂੰ ਤੋੜਦੇ ਨੇ, ਇਸ ਗੱਲ ਨੂੰ ਵਿਚਾਰ ਤੋਂ ਰੋਕਦੇ ਨੇ। ਉਹ ਕਹਿੰਦੇ ਨੇ ਕਿ ਕਾਹੇ ਰੇ ਬਨ ਖੋਜਣ ਜਾਈ, ਕਿ ਤੂੰ ਬਨਾਂ ਦੇ ਵਿੱਚ ਖੋਜਣ ਲਈ ਕੀ ਕਰਨ ਜਾ ਰਿਹਾ? ਕਾਹੇ ਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਹਾਈ। ਮਤਲਬ ਬੜੇ ਸੂਤਰ ਸ਼ਬਦਾਂ ਵਿੱਚ ਉਹਨਾਂ ਨੇ ਕਿਹਾ ਕਿ ਉਹ ਤੱਤ ਜਿਹੜਾ ਸਾਰਿਆਂ ਦੇ ਚ ਵਸਦਾ ਹੈ, ਸਰਵ ਨਿਵਾਸੀ, ਉਹ ਤਾਂ ਤੇਰੇ ਨਾਲ ਹੀ ਤੇਰੇ ਅੰਦਰ ਜੁੜਿਆ ਹੋਇਆ, ਤੂੰ ਉਹਨੂੰ ਬਾਹਰ ਕਿਉਂ ਖੋਜਣ ਜਾ ਰਿਹਾ ਹੈ? ਤੇ ਪੋਹਪ ਮੋਹੇ ਜਿਉ ਬਾਸ ਬਸਤ ਹੈ। ਅਲੰਕਾਰ ਦੇਖੋ ਕਿ ਜਿਸ ਤਰ੍ਹਾਂ ਫੁੱਲ ਦੇ ਵਿੱਚ ਸੁਗੰਧ ਵਸਦੀ ਹੈ, ਉਸ ਤਰ੍ਹਾਂ ਹੀ ਇਹ ਜਿਹੜਾ ਪਰਮ ਸੱਚ ਹੈ, ਇਹ ਜਿਹੜਾ ਬ੍ਰਹਮ ਹੈ, ਇਹ ਜਿਹੜਾ ਅਕਾਲ ਪੁਰਖ ਹੈ, ਇਹ ਸਾਡੇ ਆਪਣੇ ਸ਼ਬਦ ਨੇ। ਵਾਹਿਗੁਰੂ ਵੀ ਕਹਿ ਸਕਦੇ ਹਾਂ, ਰਾਮ ਕਹਿ ਸਕਦੇ ਹਾਂ, ਹਰੀ ਕਹਿ ਸਕਦੇ ਹਾਂ, ਕੋਈ ਫਰਕ ਨਹੀਂ। ਗੱਲ ਇਹ ਹੈ ਕਿ ਉਸ ਪਰਮ ਸੱਚ ਜਿਹਦੇ ਨਾਲ ਬੰਦੇ ਨੇ ਜੁੜਨਾ, ਜਿਹਦਾ ਉਹ ਪਾਰਟ ਹੈ, ਉਸ ਦਾ ਨਿਵਾਸ ਸਾਡੇ ਅੰਦਰ ਹੈ। ਤੋ ਇਸ ਤਰ੍ਹਾਂ ਫਿਰ ਸਾਨੂੰ ਗੁਰੂ ਤੇਗ ਬਹਾਦਰ ਜੀ ਜਿਹੜਾ ਸੰਨਿਆਸ ਦੇਣਾ ਚਾਹੁੰਦੇ ਨੇ, ਉਹ ਫਿਰ ਕਿਸ ਤਰ੍ਹਾਂ ਦਾ ਹੋਇਆ? ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸ਼ਬਦ ਯਾਦ ਆ ਰਿਹਾ ਜਿਹਦੇ ਵਿੱਚ ਉਹ ਸਿੱਧੇ ਰੂਪ ਵਿੱਚ ਸੰਨਿਆਸ ਦੀ ਇੱਕ ਨਵੀਂ ਪਰਿਭਾਸ਼ਾ ਪੇਸ਼ ਕਰਦੇ ਨੇ, ਤੇ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਸੰਨਿਆਸ ਨੂੰ ਹੋਰ ਅੱਗੇ ਸਮਝਾਉਂਦੀ ਹੈ। ਗੁਰੂ ਜੀ ਕਹਿੰਦੇ ਨੇ ਕਿ ਰੇ ਮਨ ਐਸੋ ਕਰ ਸੰਨਿਆਸ। ਮੇਰੇ ਮਨ, ਦੇਖੋ ਗੁਰਬਾਣੀ ਕਿਸੇ ਹੋਰ ਨੂੰ ਸੰਬੋਧਨ ਨਹੀਂ ਕਰਦੀ। ਗੁਰਬਾਣੀ ਜਾਂ ਤਾਂ ਆਪਣੇ ਆਪ ਨੂੰ ਸੰਬੋਧਨ ਕਰਦੀ ਹੈ, ਆਪਣੇ ਮਨ ਨੂੰ ਸੰਬੋਧਨ ਕਰਦੀ ਹੈ, ਜਾਂ ਉਸ ਸਤ ਜੀ ਦੀ ਖੋਜ ਵਿੱਚ ਜਿਹੜੇ ਤੁਰ ਰਹੇ ਨੇ ਸਾਧੂ ਜਨ ਨੇ, ਉਹਨਾਂ ਨੂੰ ਸਾਧੋ। ਤਾਂ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਕਿ ਇਹੋ ਜਿਹਾ ਸੰਨਿਆਸ ਕਰਕੇ ਹੋ ਜਾ ਕਿ ਬਨ ਸੇ ਸਦਨ ਸਭੈ ਕਰ ਸਮਝੋ। ਜਿੰਨੇ ਵੀ ਤੇਰੇ ਸਦਨ ਨੇ, ਭਵਨ ਨੇ, ਬੰਗਲੇ ਨੇ, ਉਹਨਾਂ ਨੂੰ ਬਨ ਵਰਗੇ ਸਮਝ। ਹੁਣ ਇਹ ਕੰਟਰਡਿਕਸ਼ਨ ਆ ਗਈ। ਬਨ ਤੇ ਸਦਨ ਵਿੱਚ ਤਾਂ ਫਰਕ ਹੁੰਦਾ, ਤੇ ਗੁਰੂ ਜੀ ਸਾਨੂੰ ਕਹਿ ਰਹੇ ਨੇ ਕਿ ਤੇਰੇ ਜਿਹੜੇ ਸਾਰੇ ਸਦਨ ਨੇ ਉਹਨਾਂ ਨੂੰ ਬਨ ਵਰਗੇ ਸਮਝ, ਜੰਗਲ ਵਰਗੇ ਸਮਝ, ਤੇ ਮਨ ਹੀ ਮਾਹੇ ਉਦਾਸਾ। ਤੇ ਉਦਾਸ ਤੂੰ ਜਿਹੜਾ ਹੋਣਾ ਸੰਸਾਰ ਤੋਂ ਬਾਹਰ ਜਾ ਕੇ ਨਹੀਂ, ਆਪਣੇ ਮਨ ਦੇ ਵਿੱਚ ਉਦਾਸ ਹੋ। ਤੇ ਇਸ ਦਾ ਜਿਹੜਾ ਇੱਕ ਹੋਰ ਖੂਬਸੂਰਤ ਇਹਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਕਿ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ बढ़ाओ। और अगली गल बहुत खूबसूरत है कि ज्ञान गुरु आत्म उपदेशो। ज्ञान ਤਾਂ ਅਸਲੀ ਗੁਰੂ ਕੌਣ ਹੈ? ਗੁਰੂ ਤਾਂ ਗਿਆਨ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਖ ਚਿੰਤਨ ਦੀ ਖੂਬਸੂਰਤੀ ਦੇਖੋ, ਇਹਦੇ ਚ ਗੁਰੂ ਕੋਈ ਵਿਅਕਤੀ ਨਹੀਂ, ਉਸ ਵਿਅਕਤੀ ਦੇ ਅੰਦਰ ਨਿਵਾਸ ਕਰਨ ਵਾਲੀ ਜੋਤ ਹੈ, ਉਹ ਗੁਰੂ ਹੈ। ਤੇ ਇਸੇ ਕਰਕੇ ਉਹ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਸੰਨਿਆਸ ਦੀ ਇਸ ਤੋਂ ਵਧੀਆ ਹੋਰ ਕਿਹੜੀ ਪਰਿਭਾਸ਼ਾ ਹੋ ਸਕਦੀ ਹੈ? ਤਾਂ ਮੈਨੂੰ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਵਿਲੱਖਣਤਾ ਇਹ ਹੈ ਕਿ ਉਹ ਉਹਨਾਂ ਦੇ ਸੁਰ ਵੈਰਾਗਮਈ ਹੈ, ਲੇਕਿਨ ਸਿਰਫ ਸੁਰ ਹੈ। ਉਹਨਾਂ ਦਾ ਉਪਦੇਸ਼ ਇੱਕ ਜੀਵਨ ਸ਼ੈਲੀ ਦੀ ਤਲਾਸ਼ ਹੈ, ਜਿਹੜੀ ਉਹ ਜੀਵਨ ਸ਼ੈਲੀ ਜਿਹੜੀ ਬੰਦੇ ਨੂੰ ਆਪਣੇ ਮਨ ਦੇ ਅੰਦਰ ਸੰਸਾਰ ਦੇ ਨਾਲ ਰਿਸ਼ਤਾ ਜੋੜਨ ਦੀ ਇੱਕ ਤਰਕੀਬ ਸਿਖਾਉਂਦੀ ਹੈ। ਤੇ ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ ਦੇ ਨਾਲ ਗੱਲ ਕਰਦਿਆਂ ਸੂਤਰ ਰੂਪ ਵਿੱਚ ਗੱਲ ਕਹੀ ਸੀ। ਉਸ ਨੂੰ ਵੀ ਸਾਰੇ ਜਾਣਦੇ ਆ। ਸਿੱਧਾਂ ਨੇ ਇੱਕੋ ਹੀ ਸਵਾਲ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਕਿ ਦੁਨੀਆ ਦੁੱਤਰ ਸਾਗਰ ਕਹੀ ਹੈ, ਕਿਉਂ ਕਰ ਪਾਈਏ ਪਾਰੋ। ਕਿ ਨਾਨਕ, ਇਹ ਦੁਨੀਆ ਨੂੰ ਤਾਂ ਕਹਿ ਜਾਂਦਾ ਹੈ ਕਿ ਬੜਾ ਕਠਿਨ ਸਮੁੰਦਰ ਹੈ, ਇਹਨੂੰ ਤਰਨਾ ਬੜਾ ਔਖਾ ਹੈ, ਤੇ ਪਾਰ ਕਿਵੇਂ ਹੋ ਸਕਦਾ? ਅਸੀਂ ਪਾਰ ਕਿਵੇਂ ਹੋਈਏ? ਇਸ ਦੁੱਤਰ ਸਾਗਰ ਨੂੰ ਕਿਵੇਂ ਤਰੀਏ? ਉਹਨਾਂ ਦਾ ਜਵਾਬ ਉਹੀ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸੰਨਿਆਸ ਦਾ ਸੰਕਲਪ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸੰਨਿਆਸ ਦੀ ਪਰਿਭਾਸ਼ਾ ਹੈ,
ਉਹ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਇਹ ਹੁਣ ਬਹੁਤ ਵੱਡੀ ਗੱਲ ਹੈ। ਵੱਡੀ ਗੱਲ ਇਸ ਕਰਕੇ ਹੈ ਕਿ ਮਨੁੱਖ ਦਾ ਆਪਣੇ ਆਪ ਨਾਲ, ਸਮਾਜ ਨਾਲ, ਸੰਸਾਰ ਨਾਲ ਤੇ ਬ੍ਰਹਿਮੰਡ ਦੇ ਨਾਲ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਜਿਹੜਾ ਉਸ ਨੂੰ ਇੱਕ ਇੰਟੈਗਰੇਟਿਡ ਬੀਇੰਗ ਦੇ ਤੌਰ ਤੇ ਸਥਾਪਿਤ ਕਰੇ। ਬੰਦੇ ਦੀ ਜਿਹੜੀ ਤਲਾਸ਼ ਕੀ ਹੈ, ਸਾਰੇ ਧਰਮਾਂ ਦਾ ਮਨੋਰਥ ਕੀ ਹੈ? ਸਾਰੇ ਧਰਮਾਂ ਦਾ ਅਸਲੀ ਮਨੋਰਥ ਹੈ ਮਨੁੱਖ ਨੂੰ ਅੰਤਿਮ ਅਰਥਾਂ ਦੀ ਸੋਝੀ ਪ੍ਰਦਾਨ ਕਰਨਾ, ਇਹੋ ਜਿਹੇ ਅਰਥਾਂ ਦੇ ਨਾਲ ਉਸ ਨੂੰ ਜੋੜਨਾ ਜਿਹਦੇ ਨਾਲ ਉਹ ਬੰਧਨ ਤੋਂ ਮੁਕਤ ਹੋ ਜਾਏ। ਇਹ ਬੰਧਨ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਬੰਧਨ ਹੁੰਦੇ ਨੇ ਬੰਦੇ ਦੇ ਅੰਦਰ ਤੇ ਇੱਕ ਹੁੰਦੇ ਨੇ ਬਾਹਰ। ਬਾਹਰਲਾ ਜਿਹੜਾ ਬੰਧਨ ਹੈ ਉਹ ਦਮਨ ਦੇ ਰਾਹੀਂ ਆਪਰੇਟ ਕਰਦਾ ਹੈ। ਉਹਦੇ ਵਿੱਚ ਜਿਹੜਾ ਮੁਗਲਿਆ ਸਲਤਨਤ ਦੀ ਜਿਹੜੀ ਲੰਬੀ ਪਰੰਪਰਾ ਜਿਹੜੀ ਹੈ ਉਹ ਸੀ ਜਬਰੀ ਧਰਮ ਪਰਿਵਰਤਨ। ਹੁਣ ਇਹ ਪੋਲੀਟੀਕਲ ਕਾਰਨ ਨੇ, ਉਹਨਾਂ ਦਾ ਮਕਸਦ ਤਾਂ ਸੀ ਕਿ ਆਪਣੇ ਇਸ ਹਮਲੇ ਦੇ ਰਾਹੀਂ ਸਥਾਪਿਤ ਕੀਤੇ ਹੋਏ ਰਾਜ ਨੂੰ ਚਿਰਸਥਾਈ ਬਣਾਉਣਾ। ਸਪਸ਼ਟ ਗੱਲ ਇਹ ਹੈ ਕਿ ਜਦੋਂ ਕੋਈ ਧਾੜਵੀ ਦੂਸਰੇ ਉੱਪਰ ਹਮਲਾ ਕਰਦਾ ਹੈ ਤੇ ਉਸ ਨੂੰ ਰਾਜ ਨੂੰ ਸਥਾਪਿਤ ਕਰਨ ਦੇ ਲਈ ਉਸ ਨੂੰ ਜੁਗਤ ਵਰਤਣੀ ਪੈਂਦੀ ਹੈ। ਉਹਨਾਂ ਨੇ ਜੁਗਤ ਵਰਤ ਲਈ ਧਰਮ ਦਾ ਹਥਿਆਰ ਬਣਾ ਲਿਆ। ਧਰਮ ਅਰਥਾਂ ਦਾ ਹੁਣ ਉਹ ਜਿਹੜਾ ਧਰਮ ਬਾਬਰ ਦਾ ਹੈ, ਜਿਹੜਾ ਔਰੰਗਜ਼ੇਬ ਦਾ ਹੈ, ਜਿਹੜਾ ਜਹਾਂਗੀਰ ਦਾ ਹੈ, ਇਹ ਧਰਮ ਜਿਹੜਾ ਹੈ ਇਹ ਦਮਨਕਾਰੀ ਹੈ। ਗੁਰੂ ਅਰਜਨ ਦੇਵ ਜਦੋਂ ਸ਼ਹੀਦ, ਉਹਨਾਂ ਦੀ ਸ਼ਹੀਦੀ ਦੇਖ ਲਓ, ਉਹ ਵੀ ਅਦੁੱਤੀ ਹੈ। ਗੁਰੂ ਅਰਜਨ ਦੇਵ ਜੀ ਤਾਂ ਇੱਕ ਸਾਰਿਆਂ ਦੇ ਵਿੱਚ ਸਾਂਝ ਪੈਦਾ ਕਰਨ ਵਾਲੀ ਗੱਲ ਕਰ ਰਹੇ ਨੇ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕਰਨ ਕਾਰਨ ਕਰੀਮ, ਕਿਰਪਾ ਧਾਰ ਰਹੀਮ। ਨਾਲ ਉਹ ਤਾਂ ਇਹ ਕਹਿੰਦੇ ਨੇ ਕਿ ਨਾ ਕੋਈ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਤੇ ਉਹ ਸਭਨਾ ਦੇ ਸਾਜਨ ਗੁਰੂ ਨੂੰ ਤਤੀ ਤਵੀ ਤੇ ਬਿਠਾ ਕੇ ਉੱਪਰ ਗਰਮ ਰੇਤ ਪਾ ਕੇ ਜਦੋਂ ਜ਼ਾਲਮਾਨਾ ਢੰਗ ਨਾਲ ਸ਼ਹੀਦ ਕੀਤਾ ਜਾਂਦਾ, ਉਸ ਸ਼ਹੀਦ ਕਰਨ ਵਾਲੀ ਧਿਰ ਬਾਰੇ ਵੀ ਸੋਚਣਾ ਚਾਹੀਦਾ ਹੈ। ਉਸ ਇਤਿਹਾਸ ਦੇ ਬਾਰੇ ਵੀ ਸਾਨੂੰ ਚਿੰਤਨ ਕਰਨ ਦੀ ਲੋੜ ਹੈ ਤਾਂ ਕਿ ਉਹ ਗਲਤੀਆਂ ਫੇਰ ਨਾ ਦੁਹਰਾਈ ਜਾਣ। ਜਿਹੜੀ ਕੌਮ, ਜਿਹੜਾ ਭਾਈਚਾਰਾ ਆਪਣੇ ਉਸ ਇਤਿਹਾਸ ਨੂੰ ਭੁੱਲ ਜਾਂਦਾ ਹੈ, ਜਿਹੜਾ ਜਿਸ ਨੇ ਉਸ ਤੇ ਦਮਨ ਕੀਤਾ, ਉਹ ਹਮੇਸ਼ਾ ਫਿਰ ਸ਼ਿਕਾਰ ਹੁੰਦਾ ਰਹੇਗਾ। ਤੇ ਇਹ ਮੈਂ ਇਹ ਸਮਝਦਾ ਕਿ ਗੁਰੂ ਤੇਗ ਬਹਾਦਰ ਜੀ ਦੀ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਸ਼ਹਾਦਤ ਇੱਕ ਨਿਰੰਤਰ ਸੰਗਲੀ ਹੈ। ਔਰ ਇਹਦਾ ਸੂਤਰ ਜਿਹੜਾ ਨਾ, ਇਹ ਉਹ ਜ਼ਾਲਮ ਬਾਦਸ਼ਾਹ ਨੇ ਖੁਦ ਆਪਣੇ ਤੁਜ਼ਕੇ ਜਹਾਂਗੀਰੀ ਦੇ ਵਿੱਚ ਹੀ ਲਿਖ ਦਿੱਤਾ ਸੀ ਕਿ ਜਿਹੜਾ ਬਿਆਸ ਦੇ ਕੰਢੇ ਅਰਜਨ ਮਲ ਨਾਮੀ ਇੱਕ ਹਿੰਦੂ ਰਹਿੰਦਾ ਹੈ ਤੇ ਉਸਨੇ ਕੁਫਰ ਦੀ ਦੁਕਾਨ ਖੋਲੀ ਹੋਈ ਹੈ। ਮੈਂ ਬੜੇ ਚਿਰ ਤੋਂ ਇਸ ਕੁਫਰ ਦੀ ਦੁਕਾਨ ਨੂੰ ਬੰਦ ਕਰਨ ਦੀ ਸੋਚ ਰਿਹਾ ਸੀ। ਇਹ ਐਟੀਟਿਊਡ ਕੰਡੈਮਨੇਬਲ ਹੈ। ਮੈਂ ਇਹ ਸਮਝਦਾ ਕਿ ਇਹ ਬਹੁਤ ਸਾਰੀਆਂ ਗੱਲਾਂ ਨੇ, ਇਹਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ, ਲੇਕਿਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਡੇ ਲਈ ਦੋ ਅਰਥ ਰੱਖਦੀ ਹੈ। ਇੱਕ ਅਰਥ ਹੈ ਕਿ ਇਹਦਾ ਯੂਨੀਵਰਸਲ ਮੀਨਿੰਗ ਹੈ। ਯੂਨੀਵਰਸਲ ਮੀਨਿੰਗ ਹੈ ਕਿ ਆਪਣੀ ਆਸਥਾ ਦੇ ਲਈ ਬਲੀਦਾਨ ਦੇਣਾ। ਗੁਰੂ ਸਾਹਿਬ ਤਿਲਕ ਤੇ ਜੰਜੂ ਦੀ ਰਾਖੀ ਲਈ ਤਾਂ ਅਨੰਦਪੁਰ ਸਾਹਿਬ ਤੋਂ ਤੁਰੇ ਸੀ, ਲੇਕਿਨ ਜਦੋਂ ਔਰੰਗਜ਼ੇਬ ਦੇ ਨਾਲ ਸਾਹਮਣਾ ਹੁੰਦਾ ਤਾਂ ਉਹਨਾਂ ਦਾ ਸਾਰਾ ਸਿਚੁਏਸ਼ਨ ਬਦਲ ਜਾਂਦੀ ਹੈ। ਹੁਣ ਔਰੰਗਜ਼ੇਬ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਮੈਂ ਤਿਲਕ ਤੇ ਜੰਜੂ ਦੀ ਰਾਖੀ ਲਈ ਤੁਹਾਨੂੰ ਮੈਂ ਸਹੂਲਤ ਦਿਆਂ। ਉਹ ਤਾਂ ਕਹਿੰਦੇ ਨੇ ਕਿ ਤੁਸੀਂ ਜਾਂ ਤਾਂ ਇਸਲਾਮ ਕਬੂਲ ਕਰ ਲਓ ਜਾਂ ਮਰਨ ਲਈ ਤਿਆਰ ਹੋ ਜਾਓ। ਹੁਣ ਤਾਂ ਗੁਰੂ ਸਾਹਿਬ ਦੀ ਆਪਣੀ ਆਸਥਾ ਦੇ ਉੱਪਰ ਇੱਕ ਤਰ੍ਹਾਂ ਦਾ ਇੱਕ ਕਿੰਤੂ ਲਗਾ ਦਿੱਤਾ ਉਸਨੇ, ਔਰ ਉਹਨਾਂ ਨੂੰ ਭੈਭੀਤ ਕਰਨ ਵਾਸਤੇ ਸਾਰੇ ਜਾਣਦੇ ਸੀ ਭਾਈ ਜੈਤਾ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਨੂੰ, ਜਿਹਨ ਜ਼ਾਲਮਾਨਾ ਢੰਗ ਨਾਲ ਉਹਨਾਂ ਨੂੰ ਕੀਤਾ ਗਿਆ। ਇਹ ਗੱਲ ਵਿਚਾਰਨ ਵਾਲੀ ਹੈ। ਤੇ ਮੈਨੂੰ ਲੱਗਦਾ ਕਿ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸੋਚ ਰਹੇ ਹਾਂ, ਸਾਨੂੰ ਆਪਣੇ ਇਤਿਹਾਸ ਦੇ ਨਾਲ ਸਮਝ ਦਾ ਇੱਕ ਨਵਾਂ ਰਿਸ਼ਤਾ ਜੋੜਨ ਦੀ ਲੋੜ ਹੈ। ਉਹ ਰਿਸ਼ਤਾ ਇਹ ਹੈ ਕਿ ਤਾਂ ਕਿ ਇਹ ਗੱਲ ਰਿਪੀਟ ਨਾ ਹੋਵੇ। ਦੇਖੋ, ਗੁਰੂ ਗੋਬਿੰਦ ਸਿੰਘ ਜੀ ਨੇ
औरंगजेब की निंदा की है, लेकिन इस्लाम की निंदा उन्होंने भी नहीं की, असी भी नहीं कर रहे। हालांकि असी जानते हैं कि अज की दुनिया दे विच सब तो ज़्यादा एक खास धर्म दे नाल सारी गल जुड़ रही है। ये गल ये उस धर्म के मनण वालियां दे उपर है कि उस नूं किवें लैंदे ने। साडे गुरु साहिबान ने सानू किसी धर्म के नाल नफरत करनी नहीं सिखाई। ते तुसी देखो गुरु गोबिंद सिंह जी ने जदों जफरनामा लिखिया, औरंगजेब जिस जालिम बादशाह ने जिहड़ा जबरी धर्म परिवर्तन की नीति अपनाई कि गुरु उन्हां दे पिता गुरु तेग बहादुर जी नूं शहीद कीता, उहदे बारे वो की कहंदे ने, विचारन वाली गल है। और इह च मैनूं लगदा है कि संदेश अज दे लई वो कहंदे ने कि औरंगजेब ना ईमा परस्ती, ना औज़ाए दीन, ना साहिब शनासी, ना मुहम्मद यकीन, कि तू किहो जिहा बंदा है कि ना तेरे को ईमान परस्ती है, ना दीन की समझ है, ना शाहिब शनासी है, ते ना मुहम्मद दे पर यकीन है। तेरा अपना पैगंबर है उहदे विच भी यकीन नहीं। और फिर कहंदे ने शहनशाहे औरंगजेब आलमीन दाराए दौरस्त दूरस्त दीन, कि तू इस औरंगजेब तू इस आलम दा शहनशाह है, इस दौर का दारा है। दारा मतलब मालक होंदा, लेकिन तू दूरस्त दीन, तू दीन तो दूर है। तो मैनूं लगता है कि इहो चीज़ सीखण वाली है कि अज जे उन्हां दी सिर्फ शहादत की गल करिए तां ਉਹ ਸਾਨੂੰ ਆਪਣੇ ਇਤਿਹਾਸ ਦੇ ਨਾਲ ਇੱਕ ਪੂਰੀ ਸਮਝ ਉਸਾਰਨ ਦਾ ਮੌਕਾ ਹੈ। बदकिस्मती में तुम देखो कि जो साडा देश आज़ाद होंदा है, साडी राजनीति ने कुछ ऐसी पिरत पाई कि सही ज्ञान तो परां करन दी कोशिशां कीतीआं गईआं। पिछले 7-8 साल पहलां दी गल है कि साडे जिहड़े पाठक्रम ने, जिहड़ा साडा सिलेबस है, ਉਹਦੇ 'ਚ ਕੀ ਲਿਖਿਆ ਗਿਆ ਹੈ। ਹੁਣ औरंगजेब ਤੇ ਗੁਰੂ तेग बहादुर जी बारे की लिखा गया, जरा मैं तुहानूं दसदा। CBSE ਦੀਆਂ किताबां ਵਿੱਚ लिखिया गया सी। इस गल ਨੂੰ ਵਿਚਾਰਨ ਦੀ भी लोड़ है। वो लिखा की गया सी कि औरंगजेब तो एक बहुत ही शरीफ बादशाह सी, टोपियां स्यों स्यों के गुजारा करता सी। क्या शरीफ आदमी है, क्या शरीफ बादशाह है। शराफत उसकी अपनी व्यक्तिगत हो सकती है, दूसरे के उपर जुल्म करन दा उसने अधिकार किसने दिता। ते तुसीं देखो इन्हां ही किताबां दे विच जिन्हां नूं बाद च कढवाया गया, उन्हां नूं उह च लिखिया गया सी कि गुरु तेग बहादुर एक लुटेरे सन, राजन सन। ये मैं तद कह रहा कि अज गुरु तेग बहादुर जी की जिहड़ी अदुੱਤੀ शहादत है, ये नैशनल ते इंटरनैशनल लैवल ते एक चानन मुनारा बन सकती है। जिहड़ा अज दुनिया दे विच जिहड़ा एक जिहड़ा सिस्टम बन रहा है, वो मल्टी रिलीजियस है, मल्टी लिंगुअल है और मल्टी कल्चरल है। ਉਹਦੇ 'ਚ ਸਾਰੇ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਸੱਭਿਆਚਾਰਾਂ ਦੇ, ਵੱਖ-ਵੱਖ ਵਿਚਾਰਾਂ ਵਾਲੇ ਲੋਕ ਨਾਲ-ਨਾਲ ਰਹਿ ਰਹੇ ਨੇ। ਤੇ ਉਸ ਦੀ ਪੀਸਫੁਲ ਕੋਐਗਜ਼ਿਸਟੈਂਸ ਵਾਸਤੇ ਜ਼ਰੂਰੀ ਹੈ ਕਿ ਆਪਣੇ ਇਤਿਹਾਸ ਦੀਆਂ ਉਹਨਾਂ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ। ਤੇ ਉਹ ਗਲਤੀਆਂ ਜੀ ਸਾਡੇ ਗੁਰੂਆਂ ਨੇ ਤੇ ਮਹਾਨ ਬਲੀਦਾਨ ਦਿੱਤਾ, ਉਹਨਾਂ ਦੇ ਸਾਹਮਣੇ ਅਸੀਂ ਨਤਮਸਤਕ ਹਾਂ। ਸਾਰਾ ਸੰਸਾਰ ਨਤਮਸਤਕ ਹੈ। ਹਿਊਮਨ ਰਾਈਟਸ ਦੀ ਵਾਇਲੇਸ਼ਨ ਨੂੰ ਰੋਕਣ ਦੇ ਲਈ ਇੱਕ ਪ੍ਰਤੀਰੋਧ ਦੀ ਉਹਨਾਂ ਨੇ ਇੱਕ ਅਗਨੀ ਪ੍ਰਜਵਲਿਤ ਕੀਤੀ ਹੈ। ਲੇਕਿਨ ਇਸ ਜਿਹੜਾ ਸ਼ਹਾਦਤ ਦੇ ਨਾਲ ਜਿਹੜਾ ਜ਼ੁਲਮ ਦੀ ਦਾਸਤਾਨ ਹੈ, ਉਸ ਦਾਸਤਾਨ ਦੇ ਬਾਰੇ ਸਾਨੂੰ ਇਤਿਹਾਸਕ ਸਮਝ ਉਸਾਰਨ ਦੀ ਲੋੜ ਹੈ। ਬਹੁਤ ਸਾਰੀਆਂ ਗੱਲਾਂ ਹੋਰ ਵੀ ਹੋ ਸਕਦੀਆਂ ਨੇ, ਲੇਕਿਨ ਅਖੀਰ ਤੇ ਜਾ ਕੇ ਮੈਂ ਲਾਸਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਤੇਗ ਬਹਾਦਰ ਜੀ ਦਾ ਜਿਹੜਾ ਪ੍ਰਵਚਨ ਹੈ, ਜਿਹੜਾ ਵੈਰਾਗਮਈ ਭਾਸ਼ਾ ਵਿੱਚ ਜਿਹੜੀ ਉਹ ਗੱਲ ਕਰਦੇ ਨੇ, ਉਹ ਇੱਕ ਐਸੇ ਮਾਨਵ ਦੇ ਨਿਰਮਾਣ ਦੇ ਲਈ ਗੱਲ ਪੇਸ਼ ਕਰਦੇ ਨੇ ਜਿਹੜਾ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਇਹ ਉਹ ਸੂਤਰ ਹੈ ਜਿਹੜਾ ਸਾਨੂੰ ਇੱਕ ਗੌਰਵਮਈ ਇਨਸਾਨ ਬਣਾਉਣ ਦੇ ਵਿੱਚ, ਇੱਕ ਵਧੀਆ ਮਨੁੱਖ ਬਣਾਉਣ ਦੇ ਵਿੱਚ ਦਿਸ਼ਾ ਨਿਰਦੇਸ਼ ਦੇ ਸਕਦਾ ਹੈ। ਮੈਂ ਸ਼ਾਇਦ ਆਪਣਾ ਸਮਾਂ ਜ਼ਿਆਦਾ ਲੈ ਗਿਆ, ਉਦਘਾਟਨੀ ਸ਼ਬਦਾਂ ਦੇ ਨਾਲੋਂ ਕੁਝ ਵੱਧ ਗਿਆ, ਪਰ ਦੇਖੋ ਗੱਲ ਹੈ ਕਿ ਮੈਂ 60 ਸਾਲ ਤੋਂ ਗੁਰਬਾਣੀ ਤੇ ਭਾਰਤੀ ਗਿਆਨ ਦੇ ਨਾਲ ਜੁੜਿਆ ਹਾਂ। ਜਦੋਂ ਮਾੜਾ ਜਿਹਾ ਮੇਰੇ ਮਨ 'ਚ ਕੋਈ ਗੱਲ
ਜਾਗ ਪੈਂਦੀ ਹੈ ਤੇ ਫਿਰ ਕੋਈ ਰੁਕਿਆ ਨਹੀਂ ਜਾਂਦਾ। ਫਿਰ ਵੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਬਹੁਤ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਜਗਬੀਰ ਸਿੰਘ ਜੀ। ਡਾਕਟਰ ਜਗਬੀਰ ਸਿੰਘ ਨੂੰ ਆਪਣੇ ਵਿਸ਼ੇ ਦੇ ਵਿੱਚ ਗਹਿਨ ਅਧਿਐਨ ਹੈ। ਸਰ ਨੇ ਬਹੁਤ ਹੀ ਸੰਜੀਦਗੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਜ ਦਾ ਉਦਘਾਟਨੀ ਭਾਸ਼ਣ ਦੇ ਕੇ ਇੱਕ ਖੂਬਸੂਰਤ ਆਗਾਜ਼ ਕੀਤਾ ਹੈ ਤੇ ਉਮੀਦ ਕਰਦੇ ਹਾਂ ਸਾਡੀਆਂ ਅਗਲੇਰੀਆਂ ਕਾਰਵਾਈਆਂ ਵੀ ਇਸੇ ਤਰ੍ਹਾਂ ਸੁਚਾਰੂ ਢੰਗ ਨਾਲ ਚੱਲਦੀਆਂ ਰਹਿਣਗੀਆਂ। ਹਾਜ਼ਰੀਨ, ਉਂਗਲਾਂ ਤੇ ਗਿਣੀਆਂ ਜਾਣ ਵਾਲੀਆਂ ਚੰਦ ਸ਼ਖਸੀਅਤਾਂ ਹੁੰਦੀਆਂ ਨੇ ਜੋ ਜਿਉਂਦੇ ਜੀ ਅਦਬ ਦੀ ਤਵਾਰੀਖ ਬਣ ਜਾਂਦੀਆਂ ਨੇ। ਅਜਿਹੇ ਹੀ ਵਿਅਕਤੀਤਵ ਦੇ ਮਾਲਕ ਡਾਕਟਰ ਦਲਵੀਰ ਸਿੰਘ ਜੀ ਪੰਨੂ ਅੱਜ ਦਾ ਕੀਨੋਟ ਐਡਰੈਸ ਦੇਣ ਲਈ ਸਾਡੇ ਨਾਲ USA ਤੋਂ ਜੁੜੇ ਹੋਏ ਹਨ। ਪੇਸ਼ੇ ਵਜੋਂ ਡੈਂਟਲ ਸਰਜਨ ਡਾਕਟਰ ਪੰਨੂ ਰੂਹ ਤੋਂ ਸਿੱਖ ਵਿਰਾਸਤ ਨਾਲ ਜੁੜੇ ਹੋਏ ਹਨ। 1947 ਦੀ ਵੰਡ ਤੋਂ ਬਾਅਦ ਜੋ ਸਿੱਖ ਵਿਰਾਸਤ ਅਤੇ ਇਤਿਹਾਸ ਪਾਕਿਸਤਾਨ ਵਿੱਚ ਰਹਿ ਗਿਆ, ਉਸ ਦੀ ਸ਼ਨਾਖਤ ਅਤੇ ਸਾਂਭ ਸੰਭਾਲ ਦੇ ਕਾਰਜ ਅਤੇ ਖੋਜ ਵਿੱਚ ਜੁਟੇ ਹੋਏ ਹਨ। ਉਹਨਾਂ ਦੁਆਰਾ ਲਿਖੀ ਪੁਸਤਕ ਦ ਸਿੱਖ ਹੈਰੀਟੇਜ ਬਿਯੋਂਡ ਬਾਉਂਡਰੀਜ਼ ਗਲੋਬਲ ਰਿਸਰਚਰਸ ਨੂੰ ਨਵੀਂ ਦਿਸ਼ਾ ਅਤੇ ਸੇਧ ਦੇਣ ਦਾ ਇੱਕ ਇਤਿਹਾਸਕ ਦਸਤਾਵੇਜ਼ ਹੈ। 750 ਅਸਾਈਨਮੈਂਟਾਂ ਵਾਲੀ ਇਸ ਕਿਤਾਬ ਦਾ ਤਸਵੀਰਾਂ ਦੇ ਨਾਲ ਨਾਲ ਕੰਟੈਂਟ ਵੀ ਐਕਸੀਲੈਂਟ ਹੈ। ਸਾਡੇ ਲਈ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਅੱਜ ਡਾਕਟਰ ਦਲਵੀਰ ਸਿੰਘ ਜੀ ਪੰਨੂ ਸਾਡੇ ਦਰਮਿਆਨ ਵਰਚੁਅਲੀ ਜੁੜੇ ਹੋਏ ਹਨ ਸਾਡੇ ਨਾਲ। ਸੋ ਬੇਨਤੀ ਕਰਦੀ ਹਾਂ ਡਾਕਟਰ ਦਲਵੀਰ ਸਿੰਘ ਪੰਨੂ ਜੀ ਨੂੰ ਕਿ ਉਹ ਅੱਜ ਦੇ ਇਸ ਵੈਬੀਨਾਰ ਦਾ ਕੀਨੋਟ ਐਡਰੈਸ ਪੇਸ਼ ਕਰਨ। ਡਾਕਟਰ ਦਲਵੀਰ ਸਿੰਘ ਜੀ ਪੰਨੂ। ਥੈਂਕ ਯੂ ਸੋ ਮਚ ਜੀ ਡਾਕਟਰ ਅਮਨਦੀਪ ਕੌਰ ਜੀ ਔਰ ਸਮੁੱਚੀ ਕਾਲਜ ਮੈਨੇਜਮੈਂਟ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਇਹ ਅੱਜ ਮਾਣ ਦਿੱਤਾ ਹੈ ਕਿ ਮੈਂ ਇੰਨੇ ਵਧੀਆ ਪਲੇਟਫਾਰਮ ਤੇ ਆਪਣੇ ਜਿਹੜੇ ਹੈਗੇ ਵਿਚਾਰ ਪੇਸ਼ ਕਰਾਂ। ਔਰ ਕਿਉਂਕਿ ਸਮੇਂ ਦੀ ਘਾਟ ਹੈਗੀ ਹੈ, ਮੈਂ ਜ਼ਿਆਦਾ ਬਰੀਫ ਇੰਟਰੋਡਕਸ਼ਨ ਦੇ ਵਿੱਚ ਨਾ ਜਾਂਦਾ ਹੋਇਆ ਆਈ ਵਿਲ ਜਸਟ ਸਟਾਰਟ ਵਿਦ ਮਾਈ ਟੌਪਿਕ ਟੁਡੇ। ਜਿਵੇਂ ਡਾਕਟਰ ਅਮਨਦੀਪ ਕੌਰ ਜੀ ਤੁਸੀਂ ਗੱਲ ਕਰ ਹੀ ਰਹੇ ਸੀ ਕਿ ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਗੁਰੂ ਮਹਾਰਾਜ ਦੀ ਜਿਹੜੀ ਵਾਰਤਾਲਾਪ ਹੁੰਦੀ ਹੈ ਦਿੱਲੀ ਦੇ ਵਿੱਚ, ਉਹਦੇ ਬਾਰੇ ਜਦੋਂ ਮੈਂ ਡਿਟੇਲ ਪੜ੍ਹਦਾ, ਕਿਉਂਕਿ ਮੈਨੂੰ ਆਦਤ ਹੈਗੀ ਆ, ਮੈਨੂੰ ਹੈਬਿਟ ਹੈਗੀ, ਮੈਨੂੰ ਪੈਸ਼ਨ ਹੈਗਾ ਦੂਜੇ ਸੋਰਸਿਸ ਤੋਂ ਦੇਖੀਏ ਉਹ ਸਿੱਖ ਇਤਿਹਾਸ ਬਾਰੇ ਕੀ ਲਿਖਦੇ ਨੇ, ਤਾਂ ਉਦੋਂ ਕਈ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਮਿਲਦੀਆਂ ਨੇ ਕਿ ਜਿਹੜੀਆਂ ਆਪਣੇ ਇਤਿਹਾਸ ਦੇ ਨਾਲ ਮੈਚ ਨਹੀਂ ਕਰਦੀਆਂ। ਜਿਵੇਂ ਕਿ ਪ੍ਰੋਫੈਸਰ ਜਗਬੀਰ ਸਿੰਘ ਜੀ ਵੀ ਹੁਣ ਜੋ ਗੱਲ ਕਰ ਰਹੇ ਸੀਗੇ ਕਿ ਔਰੰਗਜ਼ੇਬ ਦਮਨਕਾਰੀ ਜਾਂ ਜਹਾਂਗੀਰ ਦਮਨਕਾਰੀ, ਕਿਉਂਕਿ ਮੇਰਾ ਕੰਮ ਸਾਰੇ ਪਾਕਿਸਤਾਨ 'ਚ ਹੈ, ਮੇਰਾ ਵਾਹ ਪਾਕਿਸਤਾਨ ਦੇ ਹਿਸਟੋਰੀਅਨਸ ਨਾਲ ਪੈਂਦਾ ਹੈ ਔਰ ਮੇਰੇ ਬਹੁਤ ਸਾਰੇ ਦੋਸਤ ਪਾਕਿਸਤਾਨ 'ਚ ਇਹੋ ਜਿਹੇ ਨੇ ਜਿਨ੍ਹਾਂ ਦਾ ਨਾਮ ਔਰੰਗਜ਼ੇਬ ਹੈ, ਜਿਨ੍ਹਾਂ ਦਾ ਨਾਮ ਜਹਾਂਗੀਰ ਹੈ, ਜਿਨ੍ਹਾਂ ਦਾ ਨਾਮ ਬਾਬਰ ਹੈ। ਸੋ ਇਹ ਬੜੀ ਮੁਸ਼ਕਿਲ ਹੋ ਜਾਂਦਾ ਹੈ ਕਿ ਆਪਾਂ ਇਤਿਹਾਸ ਨੂੰ ਕਿਵੇਂ ਦੇਖੀਏ ਤਾਂ ਕਿ ਮੌਜੂਦਾ ਜਿਹੜਾ ਆਉਣ ਵਾਲਾ ਸਮਾਂ ਹੈਗਾ, ਜਿਵੇਂ ਹੁਣ ਸਾਡੇ ਨਾਲ ਹੀ ਡਾਕਟਰ ਉਪਿੰਦਰਜੀਤ ਕੌਰ ਜੀ ਹੈਗੇ ਨੇ ਇੰਗਲੈਂਡ ਤੋਂ, ਜਦੋਂ ਤੁਸੀਂ ਵਿਦੇਸ਼ਾਂ 'ਚ ਬੈਠ